सारा अपना सारे इतने देखो बड़े लंबे समय तो इंतजार सी समराला शहर नूं भी इहदा जिहड़ा ट्रीटमेंट आ पानी दा उहदा शुरू होਊਗਾ। ਅੱਡ ਅੱਡ ਸਿਆਸੀ ਪਾਰਟੀਆਂ ਸੱਤਾ 'ਚ ਰਹੀਆਂ ਨੇ, ਅੱਡ ਅੱਡ ਪਾਰਟੀਆਂ ਦੇ ਇੱਥੇ ਪ੍ਰਧਾਨ ਰਹੇ ਨੇ, ਕਿਸੇ ਨੇ ਵੱਧ ਕਿਸੇ ਨੇ ਘੱਟ ਜ਼ੋਰ ਮਾਰਿਆ ਤਾਂ ਕਿ ਟ੍ਰੀਟਮੈਂਟ ਪਲਾਂਟ ਚੱਲ ਸਕੇ। ਤੇ ਇਹ ਟ੍ਰੀਟਮੈਂਟ ਪਲਾਂਟ ਦਾ ਉਸ ਟਾਈਮ ਬੜੀ ਖੁਸ਼ੀ ਹੋਈ ਜਦੋਂ ਚੈਨਲਾਂ ਤੋਂ ਪਤਾ ਲੱਗਿਆ ਵੀ 25 ਤਰੀਕ ਨੂੰ ਇਹਦਾ ਉਦਘਾਟਨ ਹੋ ਰਿਹਾ। ਤੇ ਅਸੀਂ ਉਦਣ ਦਾ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਸਮੁੱਚੀ ਸਾਡੀ ਟੀਮ ਅੱਜ ਇੱਥੇ ਪਹੁੰਚੀ। ਅਸੀਂ ਫੁੱਲਾਂ ਦੇ ਫੁੱਲ ਲੈ ਕੇ, ਹਾਰ ਲੈ ਕੇ, ਲੱਡੂ ਲੈ ਕੇ, ਢੋਲ ਲੈ ਕੇ ਇੱਥੇ ਪਹੁੰਚੇ ਸੀ ਵੀ ਅੱਜ ਜੋ ਸ਼ਹਿਰ ਦੀ ਸਮੱਸਿਆ ਉਹ ਹੱਲ ਹੋ ਰਹੀ। ਪਰ ਬੜਾ ਸ਼ਰਮ ਆਈ ਇੱਥੇ ਦੇਖ ਕੇ ਕਿ ਹਜੇ ਤਾਂ ਕੰਮ ਅੱਧਾ ਅਧੂਰਾ ਪਿਆ ਆ। ਜੇ ਆਪਾਂ ਪੁੱਛਦੇ ਹਾਂ ਨਾ ਤਾਂ ਇੰਜੀਨੀਅਰਾਂ ਨੂੰ ਪ੍ਰੋਪਰ ਪਤਾ ਕਦੋਂ ਚੱਲਣਾ, ਕੋਈ ਬਹਾਨਾ ਮਾਰਦਾ, ਕੋਈ ਇਹਨਾਂ ਦਾ ਜਿਹੜੇ ਅਫਸਰ ਨੇ ਕੋਈ ਹੋਰ ਬਹਾਨੇ ਮਾਰੀ ਜਾਂਦੇ ਆ। ਪਰ ਅਸਲ ਮਾਇਨੇ 'ਚ ਗੱਲ ਇਹ ਆ ਵੀ ਜੇ ਇੱਕ ਬੰਦੇ ਨੇ ਇੱਕ ਸੰਵਿਧਾਨਕ ਵਧੀਆ ਚੁਣੀ ਹੋਈ ਕੁਰਸੀ 'ਤੇ ਬੰਦਾ ਬੈਠਾ ਹੋਵੇ, ਜਿਹੜੇ ਅੱਜ ਸਾਡੇ ਸਮਰਾਲਾ ਕਮੇਟੀ ਦੇ ਪ੍ਰਧਾਨ ਨੇ ਕਰਨਵੀਰ ਢਿੱਲੋਂ ਜੀ, ਉਹਨਾਂ ਨੂੰ ਭਾਜਪਾ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜ਼ਿਲ੍ਹੇ ਦੀ ਵੀ ਦਿੱਤੀ ਆ। ਪਰ ਮੈਂ ਆਸ ਕਰਦਾ ਵੀ ਜਿਵੇਂ ਝੂਠ ਬੋਲ ਕੇ ਇੱਥੇ ਕੰਮ ਤੋਰੀ ਫੁਲਕਾ ਚਲਾਈ ਜਾਂਦੇ ਨੇ, ਉਹੋ ਜਿਹਾ ਕੰਮ ਕਿਤੇ ਜ਼ਿਲ੍ਹੇ 'ਚ ਨਾ ਕਰਨ। ਮੇਰੀ ਬੇਨਤੀ ਆ ਵੀ ਆਪਾਂ ਇੱਕ ਸੰਵਿਧਾਨਕ ਕੁਰਸੀ 'ਤੇ ਬੈਠੇ ਆ, ਉਸ ਦੀ ਮਰਿਆਦਾ ਨੂੰ ਦੇਖਦੇ ਆਪਾਂ ਉਹ ਕਮਿਟਮੈਂਟ ਕਰੀਏ ਜੋ ਪੂਰੀ ਕਰ ਸਕਦੇ ਹਾਂ। ਸੋ ਸਾਨੂੰ ਤਾਂ ਇਸ ਗੱਲ ਦਾ ਹੀ ਅਫਸੋਸ ਆ ਵੀ ਅਸੀਂ ਸਮੁੱਚੇ ਪ੍ਰਬੰਧ ਕੀਤੇ ਸੀ, ਸਾਡੇ ਪ੍ਰਬੰਧ ਪਿੱਛੇ ਰਹਿ ਗਏ, ਪਰ ਸ਼ਹਿਰ ਦੀਆਂ ਆਸਾਂ ਟੁੱਟ ਗਈਆਂ। ਕਿਉਂਕਿ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇੱਥੇ ਸਿਰਫ ਤੇ ਸਿਰਫ ਜਿਹੜੀ ਇਹ ਟ੍ਰੀਟਮੈਂਟ ਪਲਾਂਟ ਨੂੰ ਲੈ ਕੇ ਚਲੋ ਕਿਸੇ ਨੇ ਵੱਧ ਘੱਟ ਯੋਗਦਾਨ ਹੋ ਸਕਦਾ, ਪਰ ਇੱਕ ਕ੍ਰੈਡਿਟ ਵਾਰ ਹੀ ਚੱਲੀ ਗਈ ਆ। ਆਪਾਂ ਪਿੱਛੇ ਝਾਤੀ ਮਾਰ ਕੇ ਦੇਖੀਏ ਪਿਛਲੇ ਲੰਬਾ ਸਮਾਂ ਇਸ ਹਲਕੇ ਤੋਂ ਨੁਮਾਇੰਦਗੀ ਕਿਹਨੇ ਕੀਤੀ ਸੀ? ਇੱਥੇ ਕਾਂਗਰਸ ਦਾ ਰਾਜ ਰਿਹਾ। ਸਰਦਾਰ ਅਮਰੀਕ ਸਿੰਘ ਜੀ ਢਿੱਲੋਂ ਇੱਥੇ ਦੇ ਐਮਐਲਏ ਰਹੇ ਨੇ, ਉਹਨਾਂ ਦੇ ਪੋਤਾ ਹੀ ਅੱਜ ਇੱਥੇ ਕਮੇਟੀ ਦੇ ਜੋ ਪ੍ਰਧਾਨ ਨੇ। ਪਰ ਇਹ ਸ਼ਰਮ ਆਉਂਦੀ ਆ ਵੀ ਉਹਨਾਂ ਨੇ ਉਸ ਟਾਈਮ ਵੀ ਕਿਤੇ ਨਾ ਕਿਤੇ ਕ੍ਰੈਡਿਟ ਦੇ ਕਰਕੇ ਸਾਡੇ ਸ਼ਹਿਰ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਤੇ ਅੱਜ ਵੀ ਇਹੀ ਭੁਗਤ ਰਹੇ ਨੇ। ਮੈਂ ਬੇਨਤੀ ਕਰਦਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇ ਉਹਨਾਂ ਦੇ ਕੋਈ ਕੰਮ ਅੜੇ ਹੋਏ ਨੇ, ਕਮੇਟੀ ਤੋਂ ਨਹੀਂ ਹੋ ਰਹੇ, ਜੇ ਕਿਤੇ ਕਹਿੰਦੇ ਨੇ ਵੀ ਸਾਨੂੰ ਕਨੈਕਸ਼ਨ ਦਿੱਕਤ ਆ, ਹੋਰ ਸਾਨੂੰ ਸੇਵਾ ਦਾ ਮੌਕਾ ਦੇਣ, ਅਸੀਂ ਮੂਹਰੇ ਹੋ ਕੇ ਕਰਾਂਗੇ। ਜਿੰਨੀ ਵਾਰ ਲੱਗ ਸਕਦੀ ਉਨੀ ਲਾਵਾਂਗੇ, ਕਿਉਂਕਿ ਇਹ ਮਸਲਾ ਰਾਜਨੀਤਿਕ ਨਹੀਂ, ਇਹ ਤੋਂ ਹਰੇਕ ਬੰਦਾ ਪਰੇਸ਼ਾਨ ਆ, ਚਾਹੇ ਉਹ ਕਿਸੇ ਵਰਗ ਦਾ ਹੋਵੇ, ਚਾਹੇ ਕਿਸੇ ਮਹੱਲੇ ਦਾ ਹੋਵੇ। ਤੇ ਬਹੁਤ ਲੰਬਾ ਪੈਂਡਿੰਗ ਇਹ ਮੁੱਦਾ ਚੱਲਿਆ ਸੀ, ਪਰ ਇੱਕ ਵਾਰ ਆਸ ਜੀ ਵੱਜੀ ਸੀ। ਪਰ ਅੱਜ ਦੇਖ ਕੇ ਬੜੀ ਨਮੋਸ਼ੀ ਹੋਈ ਕਿ ਨਹੀਂ, ਜਿਹੜੇ ਬੰਦੇ ਕੁਰਸੀਆਂ 'ਤੇ ਬੈਠੇ ਨੇ ਕੇਵਲ ਸੱਤਾ ਦੇ ਲਈ, ਸਿਆਸਤ ਦੇ ਲਈ ਇਹ ਸਵਾਲ ਜਵਾਬ ਜਾਂ ਡੇਟਾਂ ਦੇਈ ਜਾਂਦੇ ਨੇ। ਅਸਲ ਮਾਇਨੇ 'ਚ ਗਰਾਊਂਡ ਦੇ ਉੱਤੇ ਇੱਥੇ ਆ ਕੇ ਦੇਖੀਏ, ਘੱਟੋ ਘੱਟ ਨਹੀਂ ਤਾਂ ਇੱਥੇ 6 ਮਹੀਨੇ ਦਾ ਕੰਮ ਹਜੇ ਪੈਂਡਿੰਗ ਪਿਆ ਆ। ਜੇ ਕਿਤੇ ਉਹਨਾਂ ਦੀਆਂ ਫਾਈਲਾਂ ਅੜੀਆਂ ਨੇ, ਕੁਛ ਨਹੀਂ, ਅਸੀਂ ਮਿਹਨਤ ਕਰ ਲੈਂਦੇ, ਅਸੀਂ ਜਾ ਕੇ ਕਰਵਾਏ ਹੁੰਦੇ ਆ। ਪਰ ਇਹ ਮਸਲੇ ਦਾ ਹੱਲ ਹੋਣਾ ਚਾਹੀਦਾ ਤੇ ਰਾਜਨੀਤੀ ਤੌਰ 'ਤੇ ਉੱਠ ਕੇ ਹੋਣਾ ਚਾਹੀਦਾ। ਚਲੋ ਕਿਤੇ ਨਾ ਕਿਤੇ ਕ੍ਰੈਡਿਟ ਵਾਰ ਚੱਲਦੀ ਰਹੀ ਆ ਵੀ ਜੇ ਕੋਈ ਸੱਤਾ 'ਚ ਬੈਠਾ ਵੀ ਨਹੀਂ ਅਸੀਂ ਆਪਣੇ ਟਾਈਮ 'ਤੇ ਕਰਾਂਗੇ। ਪਿੱਛੇ ਜੇ ਤੁਸੀਂ ਦੇਖਿਆ ਜਦੋਂ ਇਲੈਕਸ਼ਨ ਆਈਆਂ ਸੀ, ਜਦੋਂ ਇਹੀ ਕਰਨਵੀਰ ਜੀ ਪ੍ਰਧਾਨ ਸੀ ਤੇ ਐਮਐਲਏ ਅਮਰੀਕ ਸਿੰਘ ਜੀ ਢਿੱਲੋਂ ਉਸ ਟਾਈਮ ਕਾਂਗਰਸ ਦੇ ਵਿੱਚ ਸੀ, ਉਸ ਟਾਈਮ 'ਤੇ ਇਹਨਾਂ ਨੇ ਕਿਹਾ ਸੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਇਹਨੂੰ ਚਾਲੂ ਕਰਾਂਗੇ, ਕਿਸੇ ਵੀ ਹਾਲ 'ਚ ਚਾਲੂ ਕਰਾਂਗੇ। ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ, ਆਜ਼ਾਦ ਖੜਨਾ ਪਿਆ, ਉਸ ਟਾਈਮ 'ਤੇ ਇਹਨਾਂ ਨੇ ਉਹ ਬਿਆਨ ਬਦਲ ਲਏ। ਹੁਣ ਥੋੜ੍ਹੀ ਦੇਰ ਪਹਿਲਾਂ ਫੇਰ ਕਹਿਤਾ ਜੀ ਇੰਨੀ ਤਰੀਕ ਨੂੰ ਕਰਾਂਗੇ। ਦੇਖੋ ਇੱਕ ਗੱਲ ਮੰਨਣ ਵਾਲੀ ਹੈ ਵੀ ਕਿਤੇ ਨਾ ਕਿਤੇ ਜਿਹੜੇ ਸਿਆਸੀ ਨੁਮਾਇੰਦੇ ਇੱਥੇ ਰਹੇ ਨੇ ਉਹਨਾਂ ਦੀ ਢਿੱਲ ਰਹੀ ਆ। ਚਾਹੇ ਆਪਾਂ ਖੀਰਨੀਆ ਸਾਹਿਬ ਦੀ ਗੱਲ ਕਰ ਲਈਏ, ਚਾਹੇ ਅਮਰੀਕ ਸਿੰਘ ਢਿੱਲੋਂ ਦੀ ਗੱਲ ਕਰ ਲਈਏ, ਇਹਨਾਂ ਤੋਂ ਉਸ ਪੂਰਜ਼ੋਰ ਤਰੀਕੇ ਨਾਲ ਕੰਮ ਨਹੀਂ ਹੋਏ। ਤੇ ਇਹੀ ਕਾਰਨ ਆ ਵੀ ਅੱਜ ਉਹਨਾਂ ਦੇ ਸਿਆਸੀ ਕੱਦ ਕਿੱਥੇ ਖੜੇ ਨੇ, ਕਿਉਂਕਿ ਲੋਕ ਦੇਰ ਆਏ ਦਰੁਸਤ ਆਏ, ਲੋਕ ਵੀ ਸਮਝ ਜਾਂਦੇ ਆ ਵੀ ਕਿੱਥੇ ਗੜਬੜ ਹੋ ਰਹੀ ਆ, ਕਿੱਥੇ ਸਾਨੂੰ ਕੰਮ ਦੀ ਲੋੜ ਆ। ਲੋਕਾਂ ਨੂੰ ਫੋਕਿਆਂ ਅਨਾਊਂਸਮੈਂਟਾਂ ਦੀ ਲੋੜ ਨਹੀਂ, ਲੋਕਾਂ ਨੂੰ ਕੰਮ ਤੇ ਗਰਾਊਂਡ ਦੀ ਲੋੜ, ਗਰਾਊਂਡ 'ਤੇ ਕੰਮ ਕਰਨ ਦੀ ਲੋੜ ਆ। ਲੋਕ ਮਿਹਨਤ ਕਰਦੇ ਨੇ, ਆਪਣਾ ਉਹਦੇ ਨਾਲ ਗੁਜ਼ਾਰਾ ਕਰਦੇ ਨੇ। ਜੇ ਪਾਣੀ ਦੀ ਸਮੱਸਿਆ ਸ਼ਹਿਰ ਦੀ ਹੱਲ ਹੁੰਦੀ ਆ, ਇਹ ਕੇਵਲ ਇੱਕ ਪਰਿਵਾਰ ਦੀ ਜਾਂ ਇੱਕ ਰਾਜਨੀਤਿਕ ਬੰਦੇ ਦੀ ਨਹੀਂ ਹੋਣੀ, ਸਮੁੱਚੇ ਆਪਣੇ ਸਮਰਾਲੇ ਦੀ ਹੋਣੀ ਆ। ਸੋ ਮੈਂ ਸਿੱਧੇ ਤੌਰ ਦੇ ਉੱਤੇ ਕਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਸਾਡੇ ਨੁਮਾਇੰਦਿਆਂ ਦੀ ਗਲਤ ਉਹਦੇ ਵਿੱਚ ਨੀਤ ਰਹੀ ਆ ਤੇ ਕਿਤੇ ਨਾ ਕਿਤੇ ਸਾਡੀ ਕਮੇਟੀ ਉਸ ਚੀਜ਼ ਨੂੰ ਲਾਗੂ ਕਰਨ 'ਚ ਨਾਕਾਮਯਾਬ ਰਹੀ ਆ। ਪਿੱਛੇ ਜੇ ਇਹ ਵੀ ਹੋਇਆ ਵੀ ਜੋ ਸਰਕਾਰਾਂ ਦੀਆਂ ਫੰਡਾਂ ਦੀਆਂ ਵੀ ਕਮੀਆਂ ਰਹੀਆਂ ਨੇ। ਮੈਂ ਸਰਕਾਰਾਂ ਨੂੰ ਇਸ ਤੋਂ ਬਾਹਰ ਨਹੀਂ ਕੱਢਦਾ ਵੀ ਕੇਵਲ ਨੁਮਾਇੰਦੇ ਨੇ, ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ, ਚਾਹੇ ਅਕਾਲੀ ਦਲ ਦਾ ਰਾਜ ਸੀਗਾ ਜਾਂ ਕਾਂਗਰਸ ਦਾ ਸੀਗਾ, ਕਿਤੇ ਨਾ ਕਿਤੇ ਸਾਡੀ ਟਿਊਨਿੰਗ 'ਚ ਪ੍ਰੋਬਲਮ ਆਈ ਆ, ਜਾਂ ਥੱਲੇ ਲੈਵਲ 'ਤੇ ਜਾਂ ਉੱਪਰਲੇ ਲੈਵਲ ਦੇ ਉੱਤੇ। ਤੇ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਮਿਲ ਕੇ, ਕਿਉਂਕਿ ਮੈਨੂੰ ਪਤਾ ਵੀ ਜਦੋਂ ਇਹਦਾ ਉਦਘਾਟਨ ਕਰਨਾ ਜਾਂ ਕੀ ਕਰਨਾ, ਇਹ ਸਾਰੇ ਲੋਕਾਂ ਨੇ ਰਾਜਨੀਤੀ ਖੇਡਣੀ ਹੈ। ਤੇ ਉਹਨਾਂ ਨੇ ਕਹਿਣਾ ਅਸੀਂ ਕਰਾਤਾ ਜੀ, ਸਾਡੀ ਸਰਕਾਰ ਸੀ, ਅਸੀਂ ਐਂ ਕਰਤਾ ਸੀ, ਇੰਨੇ ਪੈਸੇ ਲਾਤੇ। ਬਲਕਿ ਪੈਸਾ ਵੀ ਜਨਤਾ ਦਾ ਆ, ਜੇ ਉਹ ਚੁਣੇ ਗਏ ਨੇ ਉਹ ਵੀ ਜਨਤਾ ਨੇ ਚੁਣੇ ਨੇ, ਤੇ ਕੰਮ ਵੀ ਜਨਤਾ ਦਾ ਹੈ। ਸੋ ਇਸ ਨੂੰ ਸਿਆਸਤ ਤੋਂ ਪਰੇ ਹੋ ਕੇ ਕਰਨਾ ਚਾਹੀਦਾ। ਸੋ ਅੱਜ ਅਸੀਂ ਕੇਵਲ ਇਸ ਲਈ ਇੱਥੇ ਆਏ ਸੀ ਵੀ ਕਿਉਂਕਿ ਜੇ ਉਦਘਾਟਨ ਹੋਣਾ ਵੀ ਸੀ ਤਾਂ ਵੀ ਇਹਨਾਂ ਨੇ ਸੱਦਣਾ ਤਾਂ ਸਾਨੂੰ ਹੈ ਨਹੀਂ ਸੀ, ਕਿਉਂਕਿ ਇਹਨਾਂ ਨੇ ਆਪਣੀ ਬੱਲੇ ਬੱਲੇ ਕਰਨੀ ਸੀ। ਅਸੀਂ ਤਾਂ ਆਪ ਮੁਹਾਰੇ ਆ ਗਏ, ਪਰ ਇੱਥੇ ਆ ਕੇ ਸ਼ਰਮਸਾਰ ਹੋ ਗਏ ਵੀ ਸਾਡੇ ਜੋ ਕੀਤੇ ਕਰਾਏ ਸਾਡੇ ਕੰਮ ਤੇ ਪਾਣੀ ਫਿਰ ਗਿਆ ਤੇ ਉਹ ਜਿਉਂਦਾ ਤੇ ਉੱਥੇ ਦਾ ਉੱਥੇ ਟ੍ਰੀਟਮੈਂਟ ਪਲਾਂਟ ਖੜਾ। ਪੋਲੀਟੀਕਲ ਬੰਦੇ ਨੇ ਜੀ, ਇਹਨਾਂ ਨੇ ਸਮੇਂ ਸਿਰ ਜਦੋਂ ਪ੍ਰੈਸ਼ਰ ਪੈਂਦਾ ਹੈ, ਜਦੋਂ ਤਾਂ ਪਹਿਲਾਂ ਇਲੈਕਸ਼ਨਾਂ ਸੀ ਉਸ ਟਾਈਮ ਤੇ ਕਹਤਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਚਾਲੂ ਕਰਾਂਗੇ। ਜੇ ਟਿਕਟ ਮਿਲ ਜਾਂਦੀ ਖਬਰ ਉਹਦਾ ਜਿਵੇਂ ਮਰਜ਼ੀ ਕਰਕੇ ਕੱਚੇ ਪੱਕੇ ਦਾ ਉਦਘਾਟਨ ਕਰਿਆ ਇਹਨਾਂ ਨੇ ਕਰ ਜਾਣਾ ਸੀ। ਬਾਅਦ 'ਚ ਆਪਾਂ ਪਛਤਾਉਂਦੇ ਰਹਿੰਦੇ ਵੀ ਕੀ ਹੋਇਆ। ਜੋ ਆਪਾਂ ਨੇ ਪਿਛਲੇ ਸਮੇਂ 'ਚ ਸਮਰਾਲੇ ਸ਼ਹਿਰ ਦੀਆਂ ਜਿਹੜੀਆਂ ਸੀਵਰੇਜ ਦੀਆਂ ਪਾਈਪਲਾਈਨਾਂ ਉਹਨਾਂ ਨੂੰ ਵੀ ਦੇਖਿਆ, ਉਹ ਵੀ ਹਬੜਾ ਦਫੜੀ 'ਚ ਕਰਕੇ ਉਹ 25-25 30-30 ਫੁੱਟ ਡੂੰਘੀਆਂ ਕਰਤੀਆਂ। ਤੇ ਪੈਪ ਦਾ ਜੋ ਆਪਾਂ ਮੋਗਾ ਦੇਖਿਆ ਜਾਵੇ
ਉਹ ਤਾਂ ਇੱਕ ਕਲੋਨੀ 'ਚ ਉਨੀ ਕੁ ਪੈਪ ਪੈਂਦੀ ਆ ਜਿੱਡੀ ਇਹਨਾਂ ਨੇ ਸਮੁੱਚੇ ਸ਼ਹਿਰ ਦਾ ਪਾਣੀ ਕੱਢਣ ਨੂੰ ਕਰਤੀ। ਤੇ ਉਹ ਟੈਕਨੋਲੋਜੀ ਹੁਣ ਪੁਰਾਣੀ ਹੋ ਗਈ। ਜਦੋਂ ਇਹਨਾਂ ਨੇ ਅੱਗੇ ਪੰਪਿੰਗ ਕਰਨੀ ਆ, ਮੈਂ ਅੱਜ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦਾ, ਉਦੋਂ ਵੀ ਸਾਨੂੰ ਦਿੱਕਤ ਆਉਣੀ ਆ ਜਦੋਂ ਇਹ ਸਿਸਟਮ ਚੱਲਣਾ ਆ, ਕਿਉਂਕਿ ਪਿੱਛੋਂ ਪੰਪਿੰਗ ਜਿੱਡੇ ਪੰਪ ਲਾਤੇ ਜਿਨ੍ਹਾਂ ਨੇ ਸਕਿੰਗ ਕਰਨੀ ਆ, ਪਿੱਛੇ ਪਾਈਪਾਂ ਛੋਟੀਆਂ ਨੇ, ਉਹ ਸਮੁੱਚੇ ਜੇ ਆਪਾਂ ਹਲਕੇ ਦੇ ਆਪਣੇ ਸ਼ਹਿਰ ਦੀ ਗੱਲ ਕਰੀਏ ਉਹਦੇ ਲਈ ਅਸਮਰਥ ਨੇ। ਇਹਨੂੰ ਲੈ ਕੇ ਕੋਈ ਇਕਜੁੱਟ ਮੀਟਿੰਗ ਨਹੀਂ ਹੋ ਸਕਦੀ ਕਿ ਸ਼ਹਿਰ ਦੀ ਲੰਬੇ ਸਮੇਂ ਤੋਂ ਡਿਮਾਂਡ ਆ ਇਹ? ਦੇਖੋ ਹੁਣ ਇਹਦਾ ਜਿਹੜਾ ਇਸ ਟਾਈਮ ਤੇ ਜਿੱਥੇ ਕੰਮ ਖੜਾ ਆ, ਅਸੀਂ ਤਾਂ ਆਪ ਕਹਿੰਦੇ ਆ ਵੀ ਸਾਰਿਆਂ ਨੂੰ ਸੱਦੋ, ਸਾਰਿਆਂ ਨੂੰ ਕਹੋ, ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ। ਇਹ ਮੁੱਦਾ ਸਾਰਿਆਂ ਦਾ ਸਾਂਝਾ ਆ। ਪਰ ਇੱਥੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਥੇ ਰਾਜਨੀਤੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਗਈ ਆ ਲੋਕਾਂ ਦੇ ਕੰਮ ਨਾਲੋਂ। ਅੱਜ ਤੱਕ ਇਹੀ ਹਲਕੇ 'ਚ ਹੁੰਦਾ ਰਿਹਾ। ਪਰ ਇਹ ਜ਼ਰੂਰ ਮੈਂ ਕਹਿਣਾ ਚਾਹਾਂ ਵੀ ਹੁਣੇ ਕੰਮ ਨੇੜੇ ਲੱਗਿਆ ਹੋਇਆ। ਮੇਰਾ ਵੀਰ ਹੱਥ ਬੰਨ੍ਹ ਕੇ ਸਭ ਨੂੰ ਬੇਨਤੀ ਆ, ਸਮੁੱਚੀਆਂ ਪਾਰਟੀਆਂ ਨੂੰ, ਸਮੁੱਚੇ ਨੁਮਾਇੰਦਿਆਂ ਨੂੰ, ਜਿਹੜੇ ਅੱਜ ਕੁਰਸੀਆਂ 'ਤੇ ਬੈਠੇ ਉਹਨਾਂ ਨੂੰ ਵੀ, ਅਫਸਰਾਂ ਨੂੰ ਵੀ ਸਾਡੇ ਹੱਥ ਬੰਨ੍ਹ ਕੇ ਮੈਂ ਆਪਣੇ ਸ਼ਹਿਰ ਨਿਵਾਸੀਆਂ ਵੱਲੋਂ, ਸ਼ਹਿਰ ਵੱਲੋਂ ਬੇਨਤੀ ਕਰਦਾ, ਸਾਡਾ ਗੰਦ ਕੱਢ ਦਿਓ ਇੱਥੋਂ, ਸਾਡੇ ਸ਼ਹਿਰ ਦਾ ਪਾਣੀ ਦਾ ਪ੍ਰਬੰਧ ਕਰ ਦਿਓ, ਕਿਉਂਕਿ ਸਮੁੱਚਾ ਸਮਰਾਲਾ ਇਸ ਤੋਂ ਪਰੇਸ਼ਾਨ ਆ। ਇਹ ਟ੍ਰੀਟਮੈਂਟ ਪਲਾਂਟ ਦਾ ਸਿਸਟਮ ਹੈ, ਇੱਕ ਤਾਂ ਹੁੰਦਾ ਕਮੇਟੀ ਨੇ ਆਪਣੇ ਇਖਤਿਆਰ 'ਚ ਕਰਨਾ, ਇੱਕ ਹੈਗਾ ਸੀਵਰੇਜ ਬੋਰਡ ਦਾ ਕੰਮ, ਜਿਹੜਾ ਕਿ ਸਰਕਾਰਾਂ ਦੇ ਹੱਥ ਆ। ਜੇ ਮੈਂ ਹੁਣ ਕਹਿਣਾ ਚਾਹਾਂ, ਕਹਿਣਾ ਤਾਂ ਬੜਾ ਸੌਖਾ ਵੀ ਉਸ ਟਾਈਮ ਤੇ ਭਾਈ ਸਰਕਾਰ ਕਾਂਗਰਸ ਦੀ ਸੀ ਤੇ ਅਕਾਲੀ ਦਲ ਦਾ ਸੀਗਾ ਤੇ ਉਹਦੇ ਕਰਕੇ ਆਪਸ ਟਿਊਨਿੰਗ ਕਰਕੇ ਨਹੀਂ ਹੋਇਆ। ਮੈਂ ਤੁਹਾਨੂੰ ਇੱਕ ਜਿਵੇਂ ਕਹਿੰਦੇ ਨੈਟ ਸ਼ੈਲ 'ਚ ਇਹ ਦੱਸ ਦਿੰਦਾ ਵੀ ਕਿਤੇ ਨਾ ਕਿਤੇ ਸਾਡੇ ਨੁਮਾਇੰਦਿਆਂ ਦੀ ਕ੍ਰੈਡਿਟ ਵਾਰ ਨੇ ਵੀ ਅਸੀਂ ਕੌਣ ਇਹਦਾ ਲਊਗਾ, ਸਿਹਰਾ ਕੌਣ ਲਊਗਾ, ਕਿਉਂਕਿ ਜਦੋਂ ਅਸੀਂ ਕਿਸੇ ਹੋਰ ਤੋਂ ਕਰਾਵਾਂਗੇ ਤਾਂ ਕ੍ਰੈਡਿਟ ਉਹਨੂੰ ਵੀ ਜਾਣਾ। ਉਸ ਚੀਜ਼ ਨੇ ਸਾਡੇ ਸ਼ਹਿਰ ਦਾ ਨੁਕਸਾਨ ਕੀਤਾ। ਦੇਖਿਆ ਜਾਵੇ ਕੈਰੇਟਵਾਰ ਤਾਂ ਚੱਲ ਮੰਨ ਲੈਂਦੇ ਅਸੀਂ ਵੀ ਕੈਰੇਟਵਾਰ ਨੂੰ ਚੱਲੀ ਹੀ ਆ, ਪਰ ਜਿਹੜਾ ਸ਼ਹਿਰ ਦਾ ਨੁਕਸਾਨ ਹੋਇਆ, ਟੋਭੇ ਪੱਟਦੇ, ਪਾਣੀ ਖਰਾਬ ਹੋ ਗਿਆ, ਬਿਮਾਰੀਆਂ ਲੱਗ ਗਈਆਂ, ਉਹ ਅਕਾਲੀ ਸਰਕਾਰ 'ਚ ਹੋਇਆ। ਕੀ ਕਾਰਨ ਸੀ? ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਜਿਹੜੇ ਬੰਦੇ ਉਸ ਟਾਈਮ ਤੇ ਅਕਾਲੀ ਸਰਕਾਰ ਦੇ ਤੁਸੀਂ ਗੱਲ ਕਰਦੇ ਹੋ, ਚਾਹੇ ਮੰਗਤ ਰਾਏ ਦੀ ਗੱਲ ਕਰੋ, ਚਾਹੇ ਆਪਾਂ ਆਪਣੇ MLA ਸਾਹਿਬ ਦੀ, ਖੀਰੀਆਂ ਸਾਹਿਬ ਦੀ ਗੱਲ ਕਰੀਏ, ਅੱਜ ਉਹ ਕਿੱਥੇ ਨੇ? ਅਕਾਲੀ ਦਲ 'ਚ ਹੈ ਨਹੀਂ ਉਹ। ਕਿਉਂਕਿ ਕਿਤੇ ਨਾ ਕਿਤੇ ਰਿਪੋਰਟ ਜਦੋਂ ਜਾਂਦੀ ਹੈ, ਅਗਲਾ ਵੀ ਦੇਖਦਾ ਵੀ ਭਾਈ ਇਹਨਾਂ ਦੀ ਕਾਰਗੁਜ਼ਾਰੀ ਕਿੱਥੇ ਖੜੀ ਆ। ਜੇ ਸ਼ਹਿਰ ਦਾ ਨੁਕਸਾਨ ਹੋਇਆ, ਉਹ ਕਸੂਰਵਾਰ ਸੀਗੇ, ਤਾਂ ਜੋ ਪਾਰਟੀ ਦੇ ਵਿੱਚ ਜਿੱਥੇ ਉਹ ਪਾਰਟੀ 'ਚ ਬੈਠੇ ਨੇ ਉਹਨਾਂ ਨੂੰ ਸਵਾਲ ਜਾ ਕੇ ਕਰੋ ਵੀ ਕਿਉਂ ਉੱਥੇ ਬੈਠੇ ਨੇ। ਕੀ ਉਹ ਪਾਰਟੀਆਂ ਸਾਰੀਆਂ ਦਾ ਜਿਵੇਂ ਆਪਣਾ ਟ੍ਰੀਟਮੈਂਟ ਪਲਾਂਟ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਬਣ ਗਈਆਂ ਵੀ ਬਾਕੀਆਂ ਦਾ ਕੂੜਾ ਇਕੱਠਾ ਕਰੋ, ਉਹਨੂੰ ਸਾਫ਼ ਕਰਕੇ ਫਿਰ ਉਹਨੂੰ ਕਹਿ ਦਿਓ ਜੀ ਵਧੀਆ ਬਣ ਗਿਆ। ਇਹ ਜਿਹੜਾ ਨੁਕਸਾਨ ਹੋਇਆ ਇਹਦੀ ਭਰਮਾਈ ਹੋਣੀ ਚਾਹੀਦੀ ਹੈ। ਤੇ ਮੈਂ ਤੁਹਾਡੇ ਚੈਨਲ ਦਾ ਥਰੂ ਇਹ ਵੀ ਕਹਿਣਾ ਚਾਹੁੰਦਾ ਵੀ ਜੇ ਇੱਥੇ ਪਿਛਲੇ ਟਾਈਮ 'ਚ ਟੋਭੇ ਦਾ ਕੰਮ ਹੋਏ ਨੇ ਜਾਂ ਪੈਸੇ ਦਾ ਫੇਰ ਬਦਲ ਹੋਇਆ ਜਾਂ ਇੱਥੇ ਕੋਈ ਗਬਨ ਹੋਇਆ, ਉਹਦੀ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਤੇ ਕਸੂਰਵਾਰ ਬੰਦਿਆਂ ਨੂੰ ਟੰਗਣਾ ਚਾਹੀਦਾ, ਕਿਉਂਕਿ ਉਹ ਪੈਸਾ ਨਾ ਤੁਹਾਡਾ ਸੀ ਨਾ ਮੇਰਾ ਸੀ, ਉਹ ਸ਼ਹਿਰ ਦਾ ਪੈਸਾ ਸੀ। ਸਮੁੱਚਾ ਸ਼ਹਿਰ ਦਾ ਪੈਸਾ ਸ਼ਹਿਰ ਦੇ ਕੰਮਾਂ ਤੇ ਲੱਗਣਾ ਚਾਹੀਦਾ ਸੀ। ਤੇ ਪਿਛਲੇ ਸਮੇਂ ਜੋ ਹੋਇਆ, ਇਹ ਚੀਜ਼ ਨੂੰ ਸਾਨੂੰ ਨਾ ਦੁਹਰਾਉਂਦੇ ਹੋਏ ਹੁਣ ਪੈਰ ਚਲੋ, ਜੇ ਗਲਤੀਆਂ ਹੋਈਆਂ ਨੇ ਕਿੰਨਾਂ ਤੋਂ ਵੀ ਹੋਈਆਂ ਨੇ, ਭੁਗਤ ਲੀਆਂ ਸਭ ਨੇ, ਕਿਉਂਕਿ ਇਹ ਦੇਰ ਆਏ ਦਰੁਸਤ ਹੈ। ਲੋਕਾਂ ਨੂੰ ਵੀ ਪਤਾ, ਲੋਕਾਂ ਦੀ ਕਚਹਿਰੀ ਦੇ ਵਿੱਚ ਅੱਜ ਸਾਰੇ ਖੜੇ ਆ, ਆਪਾਂ ਨੂੰ ਵੀ ਪਤਾ ਵੀ ਕਿੱਥੇ ਕਿਹਦੀ ਗਲਤੀ ਹੋਈ ਹੈ। ਤਾਂ ਇਸ ਲਈ ਮੈਂ ਬੇਨਤੀ ਕਰਦਾ ਵੀ ਇਹ ਸਾਡਾ ਪ੍ਰਾਇਓਰਟੀ ਆ। ਇਸ ਤੋਂ ਉੱਤੇ ਅੱਜ ਦੀ ਘੜੀ 'ਚ ਸਮਰਾਲੇ ਸ਼ਹਿਰ ਲਈ ਕੋਈ ਪ੍ਰੋਜੈਕਟ ਨਹੀਂ, ਇਹਨੂੰ ਜਲਦ ਤੋਂ ਜਲਦ ਚਾਲੂ ਹੋਣਾ ਚਾਹੀਦਾ। ਕੀ ਉਦਮ ਕਰ ਰਹੇ ਹੋ ਇਹਨੂੰ ਜਲਦ ਤੋਂ ਜਲਦ ਚਲਾਉਣ ਲਈ? ਹੁਣ ਕੀ ਅਗਲਾ ਕੀ ਤੁਹਾਡਾ ਕੀ ਕਹੂਗਾ? ਅਸੀਂ ਹੁਣ ਮੈਂ ਅੱਜ ਸਵੇਰੇ ਵੀ ਜਿਹੜੇ ਇੱਥੇ ਦੇ ਇਹਨਾਂ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ, ਤੇ ਮੈਨੂੰ ਜਿਹੜੇ ਇੱਥੇ ਗਰਾਊਂਡ ਰਿਪੋਰਟ ਤੇ ਵੀ ਤੁਹਾਡੇ ਚੈਨਲਾਂ ਦੇ ਥਰੂ ਵੀ ਪਤਾ ਲੱਗਿਆ ਵੀ ਕੋਈ ਕਹਿੰਦਾ ਸਾਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ, ਪਰ ਜੇ ਇੱਥੇ ਆ ਕੇ ਦੇਖੀਏ ਅੱਧੇ ਤਾਂ ਹਜੇ ਕੰਮ ਵੈਸੇ ਹੀ ਪੈਂਡਿੰਗ ਪਏ ਨੇ, ਸਿਵਲ ਵਰਕ ਹਜੇ ਪੈਂਡਿੰਗ ਪਏ ਨੇ। ਸੋ ਜਿਹੜਾ ਇਹ ਬਿਜਲੀ ਦਾ ਮਸਲੇ ਦੀ ਗੱਲ ਕਰਦੇ ਹਾਂ, ਅਸੀਂ ਆਪ ਵਫਦ ਲੈ ਕੇ ਐਕਸੀਅਨ ਸਾਹਿਬ ਨੂੰ ਮਿਲਾਂਗੇ। ਜੇ ਚੰਡੀਗੜ੍ਹ ਜਾਣਾ ਪੈਂਦਾ ਉੱਥੇ ਵੀ ਜਾਵਾਂਗੇ ਵੀ ਜਲਦ ਤੋਂ ਜਲਦ ਇਹਨੂੰ ਕਨੈਕਸ਼ਨ ਦੇ। ਕੋਈ ਵੱਡਾ ਕੰਮ ਨਹੀਂ ਹੈ ਇਹ, ਪਰ ਕੇਵਲ ਕਿਉਂਕਿ ਸਾਤੋਂ ਕੰਮ ਨਹੀਂ ਹੋਇਆ ਅਸੀਂ ਕਿਸੇ ਨਾ ਕਿਸੇ ਸਿੱਟ ਦਿੰਦੇ ਹਾਂ। ਸੋ ਅਸੀਂ ਜਿੱਥੇ ਜਿਹੜੇ ਡਿਪਾਰਟਮੈਂਟ 'ਚ ਕਮੀਆਂ ਨੇ, ਅਸੀਂ ਕ੍ਰੈਡਿਟ ਵਾਰ ਤੋਂ ਅੱਡ ਹੋ ਕੇ, ਕਿਉਂਕਿ ਉਹ ਜਿਹੜਾ ਉਹਨਾਂ ਨੇ ਕਰਨਾ ਉਹ ਕਰੀ ਜਾਣ ਦਿਓ, ਜੋ ਪ੍ਰਧਾਨ ਨੇ ਕਰਨਾ, ਜੋ ਸਰਕਾਰਾਂ ਨੇ ਕਰਨਾ ਕਰਨ ਦਿਓ। ਅਸੀਂ ਆਪਣਾ ਵਫਦ ਲੈ ਕੇ ਜਿੱਥੇ ਤੇ ਕਮੀਆਂ ਉਹਨੂੰ ਦੂਰ ਕਰਾਂਗੇ, ਕਿਉਂਕਿ ਇਹ ਕੰਮ ਮੇਰੇ ਲਈ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ। ਠੀਕ ਹੈ। ਅੱਜ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ, ਤਦ ਉੱਥੇ ਹੋਇਆ, ਤੁਸੀਂ ਉੱਥੇ ਪਹੁੰਚੇ ਹੋ, ਕਿਸ ਤਰ੍ਹਾਂ ਦੇਖਿਆ? ਹਾਂਜੀ, ਅਸਲ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਵੀ ਆਪਣਾ ਸਾਰਾ ਸ਼ਹਿਰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਜਿਵੇਂ ਹੁਣ ਪ੍ਰਧਾਨ ਸਾਹਿਬ ਨੇ ਜਿਵੇਂ ਹਮੇਸ਼ਾ ਹੀ ਕਰਦੇ ਰਹੇ ਨੇ ਹੈ ਨਾ, ਵੀ ਤਰੀਕ ਦਿੰਦੇ ਰਹੇ ਨੇ, ਪਰ ਸੀਵਰੇਜ ਨਹੀਂ ਚੱਲਦਾ। ਅੱਜ ਇੱਕ ਡੇਟ ਦਿੱਤੀ ਸੀਗੀ 25 ਤਰੀਕ, ਤੇ ਸਾਨੂੰ ਲੱਗਿਆ ਵੀ ਸ਼ਾਇਦ ਅੱਜ ਉਦਘਾਟਨ ਹੋ ਜਾਊਗਾ। ਅਸੀਂ ਤਾਂ ਉਸ ਤਰੀਕੇ ਨਾਲ ਕਿਹਾ ਵੀ ਸ਼ਾਇਦ ਹੋ ਸਕਦਾ ਵੀ ਸੁਨੇਹਾ ਨਾ ਆਇਆ ਸਾਨੂੰ, ਹੈ ਨਾ। ਮੈਂ ਇਹ ਗੁੱਸਾ ਕਰਦਾ ਆਪਣੇ ਪੀਣ ਨੂੰ ਕਹਿੰਦਾ ਸੀ, ਮੈਂ ਕਿਹਾ ਵੀਰੇ ਵੀ ਆਪਾਂ ਨੂੰ ਸੁਨੇਹਾ ਹੀ ਨਹੀਂ ਆਇਆ, ਪਰ ਸ਼ਹਿਰ ਲਈ ਆ, ਚਲੋ ਉਦਘਾਟਨ 'ਤੇ ਚੱਲਦੇ ਆ। ਪਰ ਜੋ ਉੱਥੇ ਜਾ ਕੇ ਮੰਜ਼ਰ ਦੇਖਿਆ, ਉੱਥੇ ਤਾਂ ਅਜੇ ਕੰਮ ਹੀ ਨਹੀਂ ਹੋਇਆ। ਜਦੋਂ ਪੁੱਛਿਆ ਉਹਨਾਂ ਨੂੰ, ਲਗਭਗ ਉਹ ਕਾਰੀਗਰ ਖੁਦ ਕਹਿੰਦੇ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਮਿਸਤਰੀ, ਵੀ 2 ਮਹੀਨੇ ਪਲੱਸ ਲੱਗੂਗਾ ਇਹ ਟਾਈਮ, ਕੰਮ ਹਜੇ ਬਹੁਤ ਅਧੂਰਾ ਪਿਆ। ਤੇ ਉਹ ਸਭ ਕੁਝ ਦੇਖ ਕੇ ਬੜੀ ਨਿਰਾਸ਼ਾ ਹੋਈ। ਤੇ ਤੁਹਾਨੂੰ ਪਤਾ ਇੱਕ ਲੰਮਾ ਟਾਈਮ ਹੋ ਗਿਆ, ਉਹੀ ਜਿਵੇਂ ਕਹ ਲਓ ਪਾਰਟੀ ਦੇ ਹਿਸਾਬ ਨਾਲ ਜੁਮਲਾ ਜਿਹਾ ਹੀ ਹੋ ਗਿਆ ਅੱਜ ਤਾਂ। ਤੇ ਅੱਜ ਉੱਥੇ ਕੁਛ ਨਹੀਂ ਮਿਲਿਆ। ਜਿਹੜਾ ਇਹ ਪਲਾਂਟ ਹੁੰਦਾ ਕਿਹਦੇ ਅੰਡਰ ਹੁੰਦਾ ਜੀ? ਇਹ ਸੀਵਰੇਜ ਬੋਰਡ ਦੇ ਹੁੰਦਾ, ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਰੁਪਈਆ ਉਹ ਸਾਡੇ ਸ਼ਹਿਰ ਵਾਸੀਆਂ ਮਤਲਬ ਲੋਕਾਂ ਦੀ ਕਿਹੜੀ ਇੱਕ ਕਮਾਈ ਆ, ਜਿਹੜਾ ਟੈਕਸ ਦੇ ਰੂਪ 'ਚ ਗਿਆ ਹੋਇਆ ਪੈਸਾ ਸੀਗਾ। ਤੇ ਉਦੋਂ ਬਾਅਦ ਗੱਲ ਹੈਗੀ ਵੀ ਜਿਹੜੇ ਠੇਕੇਦਾਰ ਨੇ, ਠੇਕੇਦਾਰਾਂ ਦੀ ਚੂੜੀ ਦਾ ਆਪਾਂ ਤਿਆਰ ਕਰਨੀ ਹੁੰਦੀ ਹੈ ਨਾ। ਉਹ ਜਿੰਨਾ ਟਾਈਮ ਦਿੱਤਾ ਸੀ, ਟਾਈਮ ਬਾਉਂਡ ਹੋਊਗਾ, ਕੋਈ ਰੱਖਿਆ ਹੋਣਾ ਵੀ ਜਿੰਨੇ ਟਾਈਮ 'ਚ ਨਾ ਕੋਈ ਉਹਨਾਂ ਨੂੰ ਪਲੈਂਟੀ ਹੋਊਗੀ, ਉਹ ਜਿਹੀ ਕੋਈ ਪਲੈਂਟੀ ਨਹੀਂ ਪਈ ਅਜੇ ਤੱਕ। ਬਾਰ-ਬਾਰ ਉਹਨੂੰ ਟਾਈਮ ਵਧਾਇਆ ਗਿਆ, ਤੇ ਜੇ ਸਹੀ ਟਾਈਮ 'ਤੇ ਕੰਮ ਨਹੀਂ ਹੋਇਆ, ਉਸ ਕੁਛ ਨਲਾਇਕੀਆਂ ਤਾਂ ਹੈਗੀਆਂ ਨੇ ਨਾ। ਇਹ ਸਰਕਾਰ ਦੇ ਅੰਡਰ ਨਹੀਂ ਆਉਂਦਾ ਸੀਵਰੇਜ ਬੋਰਡ ਦੇ?
ਨਹੀਂ ਸੀਵਰੇਜ ਬੋਰਡ ਆਪਣਾ ਕੰਮ ਕਰਦਾ ਜੀ ਅਲੱਗ ਜੋ ਵੀ ਆ, ਪਰ ਜਿਹੜੀ ਠੇਕੇਦਾਰੀ ਸਿਸਟਮ ਆ ਮੈਂ ਤੁਹਾਨੂੰ ਦੱਸਾਂ ਵੀ ਆਪਣੇ ਚਹੇਤਿਆਂ ਨੂੰ ਠੇਕੇ ਦੇ ਜਦੋਂ ਦੇਣੇ ਦਬਾਉਣੇ ਨੇ ਜੋ ਵੀ ਕਹਿ, ਕਿਉਂਕਿ ਹੁਣ ਮੈਂ ਟੋਬੇ ਵਾਲੀ ਗੱਲ ਦੱਸ, ਮੈਂ ਤੁਹਾਨੂੰ ਟੋਬਾ ਮੈਂ ਬਾਰ-ਬਾਰ ਗੱਲ ਕਰਦਾ, ਟੋਬਾ ਖਾਲੀ ਕਰਵਾਉਣ ਦੀ ਗੱਲ ਕਰਦੇ ਸੀਗੇ। ਉੱਥੇ ਕੀ ਹੋਇਆ ਲਾਸਟ ਟਾਈਮ, ਇੱਕ ਬੰਦੇ ਨੇ ਸ਼ਹਿਰ 'ਚ ਅਸੀਂ ਤਿਆਰ ਕੀਤਾ ਵੀ ਭਰਾਵਾ ਔਖਾ ਸੌਖਾ ਟੋਬੇ ਦੀ ਸਫਾਈ ਕਰ ਦਿਓ, ਬੜਾ ਟਾਈਮ ਹੋ ਗਿਆ। ਪਰ ਲਾਸਟ ਟਾਈਮ ਕੀ ਹੁੰਦਾ, 5 ਮਿੰਟ ਪਹਿਲਾਂ ਇੱਕ ਬਾਹਰੋਂ ਬੰਦਾ ਆਉਂਦਾ, ਉਹ ਆਉਂਦਾ ਵੀ ਮੇਰੇ ਖਿਆਲ 'ਚ ਕਿਸੇ ਨਕੋਦਰ ਨਕਾਦਰ ਸਾਈਡ ਤੋਂ, ਉਹ ਆ ਕੇ ਥੋੜ੍ਹੇ ਜਿਹੇ ਪੈਸੇ ਘੱਟ ਤੇ ਠੇਕਾ ਲੈ ਜਾਂਦਾ, ਪਰ ਟੋਬਾ ਖਾਲੀ ਜਿਉਂ ਦਾ ਤਿਉਂ ਬਣਿਆ ਆਪਾਂ ਦੇਖਦੀਆਂ। ਇਹ ਸਿਰਫ ਨਲਾਇਕੀਆਂ ਨੇ ਇਹਨਾਂ ਲੋਕਾਂ ਦੀਆਂ ਰਲ ਮਿਲਾ ਕੇ ਕੰਮ ਨਾ ਕਰਨ ਦੀ। ਇੱਕ ਜੇ ਕੰਮ ਕਰਨ ਦੀ ਚਾਹਨਾ ਹੋਵੇ ਤਾਂ ਸਭ ਕੁਝ ਸੰਭਵ ਹੈਗਾ, ਕਿਉਂ ਜਿੰਨਾ ਰੁਪਈਆ ਲੱਗਣਾ ਉਹਦੇ ਉੱਪਰ ਉਹ ਤਾਂ ਸਾਰੀ ਕੌਂਸਲ ਨਗਰ ਕੌਂਸਲ ਦੇ ਹੀ ਫਿਰਦੀ ਆ। ਅੱਜ ਤੁਸੀਂ ਮੌਕੇ ਤੇ ਵੀ ਗਏ, ਤੁਹਾਨੂੰ ਕੀ ਲੱਗਦਾ ਇਹ ਜਲਦੀ ਹੋ ਸਕਦਾ? ਕਿੰਨਾ ਕੁ ਟਾਈਮ ਲੱਗੂਗਾ? ਦੇਖੋ ਜੀ ਕੁਛ ਨਹੀਂ ਕਹਿ ਸਕਦੇ ਉਸ ਹਿਸਾਬ ਨਾਲ, ਜਿਵੇਂ ਕਹਿ ਲਈਏ ਜਿਵੇਂ ਇੱਕ ਉੱਥੇ ਕਾਉਂਸਲਰ ਸਾਹਿਬ ਵੀ ਖੜੇ ਸੀਗੇ, ਉਹ ਕਹਿੰਦਾ ਉਹਨਾਂ ਦੇ ਕਾਉਂਸਲਰ ਉਹਨਾਂ 'ਚ ਜਿੱਤੇ ਹੋਏ ਸੀ, ਉਹ ਵੀਰ ਮੇਰਾ ਖੁਦ ਕਹਿੰਦਾ ਸੀ ਵੀ ਸਾਨੂੰ ਤਾਂ ਇਹ ਲੱਗਦਾ ਵੀ ਕਿਤੇ 27 ਦੇ ਵਿੱਚ ਵੀ ਇਹੀ ਮੁੱਦਾ ਲੈ ਕੇ ਨਾ ਲੜਨ ਵੀ ਅਸੀਂ ਫਿਰ ਸੀਵਰੇਜ ਬਣਾ ਕੇ ਦੇਵਾਂਗੇ, ਕਿਉਂਕਿ ਹੁਣ ਤੱਕ 92 ਤੋਂ ਚੱਲਿਆ ਆ ਰਿਹਾ ਤੇ ਅੱਜ ਤੱਕ ਉਹੀ ਇੱਕੇ ਚੀਜ਼ ਆ ਜਿਹੜੀ ਇਹਨਾਂ ਤੋਂ ਪੂਰੀ ਨਹੀਂ ਹੋਈ ਹੈਗੀ। ਦੇਖੋ ਸਮਰਾਲੇ ਦੇ ਲੋਕਾਂ ਨੇ ਇਸ ਪਰਿਵਾਰ ਨੂੰ ਵਾਰ-ਵਾਰ ਜਿਤਾਇਆ, 4 ਵਾਰ ਐਮਐਲਏ ਬਣਾਉਣਾ ਬਹੁਤ ਵੱਡੀ ਗੱਲ ਹੈ, ਬੜਾ ਮਾਣ ਦਿੱਤਾ। ਇਸ ਪਰਿਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਐਸਕੀ ਪ੍ਰਧਾਨ ਬਣਾਇਆ ਕਰਨਵੀਰ ਨੂੰ ਪੂਰੀਆਂ ਵੋਟਾਂ ਪਈਆਂ ਨੇ, ਪਰ ਤੁਸੀਂ ਯਾਰ ਕਰਨਵੀਰ ਨੂੰ ਪੂਰੀਆਂ ਵੋਟਾਂ ਪਈਆਂ ਨੇ, ਪਰ ਤੁਸੀਂ ਯਾਰ ਇਹ ਦੇਖਣ ਵਾਲੀ ਗੱਲ ਆ ਮੇਰੇ ਵੀਰੋ ਵੀ ਸ਼ਹਿਰ ਨੂੰ ਕੀਤਾ, ਸ਼ਹਿਰ ਨੂੰ ਇੱਕ ਸੁਪਨਾ ਲੈ ਕੇ ਤੁਰੇ ਸੀ 2092 ਦੇ ਵਿੱਚ, ਉਹਦੇ ਕਰਕੇ ਬਾਰ-ਬਾਰ ਬਣੀ ਗਏ ਨੇ, ਅੱਜ ਤੱਕ ਉਹੀ ਇੱਕ ਸੁਪਨਾ ਪੂਰਾ ਨਹੀਂ ਹੋਇਆ ਹੈਗਾ। ਮੌਜੂਦਾ ਐਮਐਲਏ ਕੀ ਇਹ ਸੁਪਨੇ ਨੂੰ ਪੂਰਾ ਹੁਣ ਕਰ ਸਕਣਗੇ ਜੀ? ਨਹੀਂ ਹੋ ਜਾਣੀ ਸਭ ਕੁਝ ਕਰਨ ਤੋਂ। ਦੇਖੋ ਮੈਂ ਇਹ ਗੱਲ ਕਰਦਾ, ਉੱਥੇ ਕਿਸੇ ਪੈਸੇ ਦੀ ਲੋੜ ਨਹੀਂ ਹੈਗੀ ਕੋਈ ਵੀ, ਜਿੰਨੇ ਦਾ ਸੀਵਰੇਜ ਪਲਾਂਟ ਜੋ ਵੀ ਕਾਸਟ ਆ ਉਹ ਸਾਰਾ ਪੈਸਾ ਦੇਈ ਬੈਠੇ ਨੇ, ਸਿਰਫ ਉਹ ਜਿਹੜੇ ਹੈਗੇ ਨੇ ਉੱਥੇ ਆਪਣੇ ਕੰਮ ਕਰਨ ਵਾਲੇ ਠੇਕੇਦਾਰ, ਉਹਨਾਂ ਨੂੰ ਕਹਿ ਕੇ ਕੰਮ ਕਰਨ ਵਾਲੀ ਗੱਲਬਾਤ ਆ। ਹੋਰ ਤਾਂ ਪਿੱਛੇ ਗੱਲ ਖੁਦ ਗਿਆ ਕਰਨਵੀਰ ਨੇ, ਕਿਉਂਕਿ ਇਹ ਗੱਲ ਇਹ ਆ ਜੇ ਅਸੀਂ ਜਾਂਦੇ ਹਾਂ ਤਾਂ ਸ਼ਾਇਦ ਉਹ ਤਕਲੀਫ ਮੰਨਦੇ ਨੇ ਵੀ ਇਹ ਨਾ ਹੋਵੇ ਕਿਤੇ ਵੀ ਜਿਹੜਾ ਅਸੀਂ 92 ਤੋਂ ਕੰਮ ਕੀਤਾ ਹੋਇਆ ਦੀ ਜਿਹੜੀ ਆਮ ਆਦਮੀ ਪਾਰਟੀ ਹਜੇ ਹੁਣੇ ਆਈ ਆ ਵੀ ਜੇ ਪੂਰਾ ਹੋ ਗਿਆ ਕਿਤੇ ਇਹਨਾਂ ਦੀ ਵਾਹ-ਵਾਹ ਨਾ ਹੋ ਜਾਵੇ, ਹੈ ਨਾ। ਪਤਾ ਨਹੀਂ ਉਸੇ ਕੰਮ ਕਰਕੇ ਹੁਣ ਤੱਕ ਲਗਭਗ ਨੇੜੇ ਲੱਗਿਆ ਹੋਇਆ। ਕਹਿਣ ਦਾ ਮਤਲਬ ਹੈ ਵਾਹ-ਵਾਹ ਦੇ ਭੇਟ ਚੜਿਆ ਹੋਇਆ ਇਸ ਟਾਈਮ। ਹਾਂ ਇੱਥੇ ਮੈਂ ਤਾਂ ਵਾਰ-ਵਾਰ ਕਹਿੰਦਾ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਜੋ ਕੋਈ ਵੀ ਕੰਮ ਜੇ ਹੁੰਦੇ ਨੇ ਅਸੀਂ ਸ਼ਾਬਾਸ਼ੀ ਦਊਂਗੇ ਉਹਨਾਂ ਨੂੰ ਵੀ ਹਾਂ ਚਲੋ ਭਰਾਵਾ ਇਹ ਤੁਹਾਡੇ ਕਰਕੇ ਹੀ ਚੜ ਗਿਆ, ਪਰ ਕੰਮ ਜਿਹੜੀ ਰਾਜਨੀਤੀ ਆ ਇਹਨੂੰ ਸਾਈਡ ਤੇ ਰੱਖ ਕੇ ਸ਼ਹਿਰ ਵਾਸੀਆਂ ਲਈ ਸੋਚਣਾ ਚਾਹੀਦਾ, ਕਿਉਂ ਲੋਕਾਂ ਨੇ ਬੜਾ ਮਾਣ ਸਨਮਾਨ ਦਿੱਤਾ, ਵਾਰ-ਵਾਰ ਐਮਐਲਏ ਬਣਾਉਣਾ ਤੇ ਪ੍ਰਧਾਨਗੀਆਂ ਦੇਣੀਆਂ ਇਸ ਟੱਬਰ ਦੇ ਹਿੱਸੇ ਆਈਆਂ ਨੇ, ਤੇ ਹੁਣ ਫਰਜ਼ ਇਹ ਬਣਦਾ ਵੀ ਇਹ ਵੀ ਸ਼ਹਿਰ ਵਾਸੀਆਂ ਲਈ ਕੁਛ ਨਾ ਕੁਛ ਕਰਕੇ ਜਾਣਾ। ਢਿੱਲੋਂ ਸਾਹਿਬ, ਪਿਛਲੀ ਇੰਟਰਵਿਊ ਦੇ ਵਿੱਚ ਗੱਲ ਹੋਈ ਸੀ 25 ਤਰੀਕ ਨੂੰ ਸਮਰਾਲੇ ਦਾ ਸੀਵਰੇਜ ਸਿਸਟਮ ਚੱਲਣਾ ਜੀ, ਤੁਹਾਡੇ ਵੱਲੋਂ ਕਿਹਾ ਗਿਆ ਸੀ। ਅੱਜ 25 ਤਰੀਕ ਆ ਤੇ ਨਹੀਂ ਹੋ ਸਕਿਆ, ਕੀ ਕਾਰਨ? ਜਿਹੜਾ ਸੀਵਰੇਜ ਦਾ ਮੁੱਦਾ ਹੈ ਟ੍ਰੀਟਮੈਂਟ ਪਲਾਂਟ ਦਾ, ਉਹ ਬੜਾ ਹੀ ਸੀਰੀਅਸ ਮੁੱਦਾ ਹੈ, ਔਰ ਖਾਸ ਕਰਕੇ ਆਪਣੇ ਸਮਰਾਲੇ ਸ਼ਹਿਰ ਵਾਸਤੇ। ਔਰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ, ਔਰ ਸਾਰੀ ਉਹ ਸੱਜਣਾ ਨੂੰ ਜਿਨ੍ਹਾਂ ਦੀ ਨਿਗਾਹ ਇਸ ਟ੍ਰੀਟਮੈਂਟ ਪਲਾਂਟ ਤੇ ਹੈਗੀ ਹੈ। ਸਰਕਾਰ ਆਮ ਆਦਮੀ ਪਾਰਟੀ ਦੀ, ਔਰ ਅਸੀਂ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ, ਅਸੀਂ ਆਪੋਜੀਸ਼ਨ 'ਚ। ਸਾਡੇ ਨਾਲ ਆਪੋਜੀਸ਼ਨ ਦੇ ਹੋਰ ਪਾਰਟੀਆਂ ਹੈਗੀਆਂ ਨੇ, ਅਕਾਲੀ ਦਲ, ਕਾਂਗਰਸ। ਸੋਚਣ ਵਾਲੀ ਔਰ ਸਮਝਣ ਵਾਲੀ ਗੱਲ ਇਹ ਹੈ ਵੀ ਜਿੰਨੀ ਵਾਰ ਵੀ ਸੀਵਰੇਜ ਦਾ ਕੰਮ ਦੀ ਪ੍ਰੋਗਰੈਸ ਰਿਪੋਰਟ ਆਈ ਹੈ ਸ਼ਹਿਰ ਨੂੰ, ਉਹ ਕਿਹਨੇ ਦਿੱਤੀ ਹੈ? ਉਹ ਦਿੱਤੀ ਹੈ ਕਰਨਵੀਰ ਸਿੰਘ ਢਿੱਲੋਂ ਨੇ। ਸਰਕਾਰ ਤੋਂ ਬਾਹਰ ਹੁੰਦਿਆਂ ਵੀ ਜਿੰਨੀ ਵਾਰ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਨਿੰਦਿਆ ਜਾਂਦਾ ਹੈ ਜਾਂ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ, ਉਹ ਕੀਤਾ ਜਾਂਦਾ ਹੈ ਬਾਕੀ ਪਾਰਟੀਆਂ ਵੱਲੋਂ, ਜਿਹਦੇ 'ਚ ਮੌਜੂਦਾ ਸੱਤਾਧਾਰੀ ਪਾਰਟੀ ਵੀ ਵਿੱਚ ਹੀ ਹੈ। ਮੈਂ ਇੱਥੇ ਤੱਕ ਵੀ ਕਹਿਣ ਸੰਕੋਚ ਨਹੀਂ ਕਰੂੰਗਾ ਕਹਿਣ 'ਚ ਵੀ ਇਹ ਲੱਗਦਾ ਇਸ ਤਰੀਕੇ ਨਾਲ ਹੈ ਵੀ ਸੀਵਰੇਜ ਦਾ ਚੱਲਣਾ, ਸੀਵਰੇਜ ਦਾ ਪ੍ਰੋਗਰੈਸ ਰਿਪੋਰਟ ਲੈਣੀ ਜਾਂ ਸੀਵਰੇਜ ਤੇ ਧਿਆਨ ਦੇਣਾ, ਉਹ ਸਿਰਫ ਦੇਣ ਵਾਲਾ ਇਕੱਲਾ ਕਰਨਵੀਰ ਸਿੰਘ ਢਿੱਲੋਂ ਕਿਉਂ ਹੈ? ਇਹ ਜਾਇਆ ਕਰਨ ਉੱਥੇ, ਇਹ ਜਾਂਦੇ ਐਸਡੀਓ, ਐਕਸੀਅਨ, ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ, ਉੱਥੇ ਰਿਪੋਰਟ ਲੈਂਦੇ, ਫਿਰ ਇਹ ਮੈਨੂੰ ਸਵਾਲ ਪੁੱਛਦੇ।
ਆਪ ਡੱਕਾ ਤੋੜਨਾ ਨਹੀਂ, ਔਰ ਜਿਹੜਾ ਕਰਦਾ ਹੈ ਉਹਨੂੰ ਸਵਾਲ ਕਰਨਾ। ਸਵਾਲ ਕਰਨਾ ਤਾਂ ਬਹੁਤ ਸੌਖਾ ਹੈ, ਸਵਾਲ ਕਰਨਾ ਤਾਂ ਬਹੁਤ ਸੌਖਾ ਹੈ। ਸੀਵਰੇਜ ਟ੍ਰੀਟਮੈਂਟ ਪਲਾਂਟ ਸਰਕਾਰ ਦਾ ਸੀਵਰੇਜ ਬੋਰਡ ਦੇਖਦਾ ਹੈ, ਉਹਦੀ ਜੁਰਿਸਡਿਕਸ਼ਨ ਦੇ ਅੰਡਰ ਹੈ। ਸੀਵਰੇਜ ਬੋਰਡ ਔਰ ਮਿਊਨਿਸਪਲ ਕਮੇਟੀ ਦੋ ਲਹਿਦਾ ਚੀਜ਼ਾਂ ਨੇ। ਸਾਡੇ ਅੰਡਰ ਸੀਵਰੇਜ ਬੋਰਡ ਨਹੀਂ ਹੈ, ਸਰਕਾਰ ਦੇ ਅੰਡਰ ਹੈ। ਅਸੀਂ ਵੀ ਸਰਕਾਰ ਦੇ ਅੰਡਰ ਹੈ। ਐਕਸੀਅਨ ਸਾਹਿਬ ਤੋਂ, SDO ਸਾਹਿਬ ਤੋਂ ਰੋਜ਼ ਫੋਨ ਕਰਕੇ ਰਿਪੋਰਟ ਲੈਂਦਾ ਹੈ ਕਰਨਵੀਰ ਸਿੰਘ ਢਿੱਲੋਂ। ਐਕਸੀਅਨ ਸਾਹਿਬ ਔਰ SDO ਸਾਹਿਬ ਤੋਂ ਸਪਸ਼ਟੀਕਰਨ ਲੈਣਾ ਬਣਦਾ ਹੈ ਵੀ ਤੁਸੀਂ ਇਹ ਡੈਡਲਾਈਨ ਕਿਸ ਬੇਸ ਤੇ ਅਨਾਉਂਸ ਕੀਤੀ ਸੀ, ਕਿਸ ਬੇਸ ਤੇ ਮੈਨੂੰ ਜਾਂ ਲੋਕਾਂ ਨੂੰ ਇਹ ਗੱਲ ਕਹੀ ਹੈ ਵੀ 25 ਜਨਵਰੀ ਚੱਲਣਾ ਹੈ। ਸਾਨੂੰ ਸੁਣਾ ਕਿਸੇ ਪਾਸੇ ਸੁਪਨਾ ਆਉਂਦਾ ਹੈ, ਔਰ ਉਹਨਾਂ ਦਾ ਸਪਸ਼ਟੀਕਰਨ ਮੈਂ ਨਹੀਂ ਕਹਿੰਦਾ ਵੀ ਕਿਸੇ ਵਿਰੋਧੀ ਪਾਰਟੀ ਨੂੰ ਲੈਣਾ ਚਾਹੀਦਾ ਹੈ, ਸਰਕਾਰ ਦਾ ਨੁਮਾਇੰਦਾ ਲਵੇ, MLA ਸਾਹਿਬ ਲੈਣ। ਜਿੱਥੇ ਤੱਕ ਮੇਰੀ ਡਿਊਟੀ ਹੈ 14,87,000 ਰੁਪਏ ਦਾ ਚੈੱਕ ਜਦੋਂ ਸਾਨੂੰ ਚਿੱਠੀ ਆਈ ਵੀ 14,87,000 ਰੁਪਏ ਦਾ ਚੈੱਕ ਭਰਾਓ, ਅਸੀਂ ਕਨੈਕਸ਼ਨ ਲਵਾਉਣਾ ਹੈ। ਮੈਂ ਲਾਸਟ ਟਾਈਮ ਵੀ ਦੱਸਿਆ ਸੀ ਵੀ ਸਿਵਲ ਵਰਕ ਸਾਰਾ ਕੰਪਲੀਟ ਹੋ ਗਿਆ, ਬਿਜਲੀ ਦਾ ਕੰਮ ਪੈਨਲ ਪੂਨਲ ਦੀ ਫਿਟਿੰਗ ਹੋ ਗਈ ਹੈ, ਸਿਰਫ ਕਨੈਕਸ਼ਨ ਦੀ ਵੇਟ ਹੈ। ਉਹ ਕਨੈਕਸ਼ਨ ਵਾਸਤੇ 14,87,000 ਦਾ ਜੋ ਚੈੱਕ ਹੈ ਮੇਰੇ ਅਕਾਊਂਟ 'ਚ ਬ੍ਰਾਂਚ ਤੋਂ ਜਾ ਕੇ ਪੁੱਛਿਆ ਜਾਵੇ ਵੀ ਕਦ ਜਮ੍ਹਾਂ ਕਰਾਇਆ ਸੀ, ਕਿੰਨੀ ਦੇਰ ਹੋ ਗਈ ਹੈ। ਜੇ ਉਹਦੇ 'ਚ ਕੋਈ ਕੋਤਾਹੀ ਹੈ ਤਾਂ ਮੈਂ ਦੇਣਦਾਰ ਹਾਂ, ਗੁਨੇਗਾਰ ਹਾਂ ਮੈਂ। ਜੋ ਮੇਰੀ ਡਿਊਟੀ ਹੈ, ਜੋ ਇਸ ਕਮੇਟੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਅਸੀਂ ਉਸ ਤੋਂ ਵੱਧ ਕਰ ਰਹੇ ਹਾਂ। ਸਰਕਾਰ ਦਾ ਵੀ ਜੋ ਰੋਲ ਹੈ, ਜੋ ਸਰਕਾਰ ਦੀ ਡਿਊਟੀ ਹੈ, ਉਹ ਵੀ ਅਸੀਂ ਨਿਭਾ ਰਹੇ ਹਾਂ। ਦੇਖ ਰੇਖ ਕਰਨੀ, ਨਿਗਰਾਨੀ ਕਰਨੀ, ਪ੍ਰੋਗਰੈਸ ਰਿਪੋਰਟ ਦੇਖਣੀ, ਉਹ ਸਰਕਾਰ ਦੇ ਨੁਮਾਇੰਦਿਆਂ ਦਾ ਕੰਮ ਹੈ। ਜੋ ਡਿਵੈਲਪਮੈਂਟ ਦੇ ਕੰਮ ਚੱਲਦੇ ਨੇ ਹਲਕੇ ਦੇ, ਉਹ ਵੀ ਅਸੀਂ ਕਰ ਰਹੇ ਹਾਂ। ਦੇਖੋ, ਸਾਡੇ ਵੱਲੋਂ ਚੈੱਕ ਦੇ ਦਿੱਤਾ ਗਿਆ 14,87,000 ਦਾ ਚੈੱਕ ਦਿੱਤਾ ਗਿਆ ਬਿਜਲੀ ਬੋਰਡ ਨੂੰ। ਬਿਜਲੀ ਬੋਰਡ ਨੇ ਉੱਥੇ ਤਾਰਾਂ ਖਿੱਚ ਕੇ ਉੱਥੇ ਟਰਾਂਸਫਾਰਮਰ ਲਾ ਕੇ ਉਹ ਕਨੈਕਸ਼ਨ ਕਰਨਾ ਹੈ। ਹੁਣ ਤੁਸੀਂ ਇਹ ਵੀ ਪੁੱਛੋ, ਕਹਿ ਸਕਦੇ ਹੋ ਕੱਲ ਨੂੰ ਵੀ ਬਿਜਲੀ ਬੋਰਡ ਤੁਸੀਂ ਚੈੱਕ ਦਿੱਤਾ ਜੀ, ਤੁਸੀਂ ਕਿਉਂ ਨਹੀਂ ਫੋਲੋਅਪ ਕਰਦੇ? ਸਾਡੀ ਡਿਊਟੀ ਸਿਰਫ ਚੈੱਕ ਦੇਣਾ ਹੈ। ਚੈੱਕ ਦੇਣ ਤੋਂ ਬਾਅਦ ਉੱਥੇ ਕਨੈਕਸ਼ਨ ਕਰਨਾ ਬਿਜਲੀ ਬੋਰਡ ਦਾ ਕੰਮ ਹੈ। ਬਿਜਲੀ ਬੋਰਡ ਕਿਹਦਾ ਹੈ? ਪੰਜਾਬ ਸਰਕਾਰ ਦਾ। ਉੱਥੇ ਬਿਜਲੀ ਬੋਰਡ ਦੇ ਜੋ ਅਫਸਰ ਸਾਹਿਬਾਨ ਬੈਠੇ ਨੇ ਉਹ ਕਿਹਦੇ ਨੇ? ਪੰਜਾਬ ਸਰਕਾਰ ਦੇ। ਜੋ ਢਿੱਲਾ ਕੰਮ ਕਰਦੇ ਨੇ ਜਾਂ ਉਹ ਕੰਮ ਨਹੀਂ ਕਰਦੇ ਤਾਂ ਉਹਨੂੰ ਖਿੱਚਣਾ ਕਿਹਦਾ ਕੰਮ ਹੈ? ਪੰਜਾਬ ਸਰਕਾਰ ਦਾ। ਤੁਸੀਂ ਵੀ ਪ੍ਰਧਾਨ ਨਾਤੇ ਪੁੱਛ ਸਕਦੇ ਹੋ ਉਹਨਾਂ ਨੂੰ ਕਿਉਂ ਲੇਟ ਕਰ ਰਹੇ ਨੇ ਜੀ? ਮੈਂ ਪੁੱਛ ਸਕਦਾ, ਬਿਲਕੁਲ ਪੁੱਛ ਸਕਦਾ ਮੈਂ, ਪਰ ਇਹ ਬੜੀ ਤਰਾਸਦੀ ਵਾਲੀ ਗੱਲ ਹੈ ਵੀ ਸੱਤਾਧਾਰੀ ਨੁਮਾਇੰਦਾ ਔਰ ਆਪੋਜੀਸ਼ਨ ਪਾਰਟੀ ਦਾ ਨੁਮਾਇੰਦਾ, ਉਹਨਾਂ 'ਚ ਫਰਕ ਹੁੰਦਾ ਹੈ। ਜੋ ਆਪਣੀ ਅਫਸਰ ਸਾਹਿਬਾਨ ਨੇ, ਉਹ ਜੋ ਸੱਤਾਧਾਰੀ ਨੁਮਾਇੰਦੇ ਹੁੰਦੇ ਨੇ, ਅਫਸੋਸ ਦੀ ਗੱਲ ਹੈ ਵੀ ਉਹਨਾਂ ਦੀ ਗੱਲ ਵੱਧ ਮੰਨਦੇ ਹੁੰਦੇ ਨੇ। ਸ਼ਹਿਰ ਦੀ ਬੜੀ ਲੰਬੇ ਸਮੇਂ ਤੋਂ ਇਹ ਡਿਮਾਂਡ ਰਹੀ ਹੈ ਪਰ ਇਹ ਪੂਰੀ ਨਹੀਂ ਹੋ ਰਹੀ। ਹੁਣ ਇਹ 'ਚ ਕਿਹਨੂੰ ਸਮਝੀਏ ਅਸੀਂ ਵੀ ਕਿਹਦੀ ਗਲਤੀਆਂ ਨੇ ਜਾਂ ਕਿਹਦੀ ਨਾਕਾਮੀਆਂ ਨੇ ਹੋ ਰਹੀ ਜੀ? ਦੇਖੋ, ਗਲਤੀਆਂ ਹੁੰਦੀਆਂ ਨੇ ਮੌਜੂਦਾ ਸਰਕਾਰ ਦੀਆਂ, ਗਲਤੀਆਂ ਹੁੰਦੀਆਂ ਨੇ ਜਿਹੜਾ ਉਸ ਸਮੇਂ ਕਮਾਂਡ ਜਿਹਦੀ ਹੁੰਦੀ ਹੈ, ਜਿਨ੍ਹਾਂ ਦੇ ਨਿਗਰਾਨੀ ਹੇਠੋਂ ਕੰਮ ਨਿਪਰੇ ਚੜ੍ਹਨੇ ਹੁੰਦੇ ਨੇ। ਜੇ ਮੈਂ ਜਾ ਕੇ ਉੱਥੇ, ਤੁਸੀਂ ਦੇਖੋ, ਕਦੇ ਬੰਦਾ ਕੋਈ ਦੁਕਾਨ ਪਾਉਂਦਾ ਹੈ, ਕਦੇ ਘਰ ਬਣਾਉਂਦਾ ਹੈ, ਕਦੇ ਗਲੀ ਬਣਦੀ ਹੈ ਮੁਹੱਲੇ 'ਚ, ਕਦੇ ਸੀਵਰੇਜ ਪੱਟ ਕੇ ਕੁਛ ਹੁੰਦਾ। ਜੇ ਠੇਕੇਦਾਰ ਦੇ ਉੱਤੇ ਨਿਗਰਾਨੀ ਜਾਂ ਉੱਤੇ ਪਹਿਰਾ ਨਾ ਦਿੱਤਾ ਜਾਵੇ, ਕੋਈ ਕੰਮ ਸਿਰੇ ਚੜ੍ਹਦਾ ਹੈ? ਨਹੀਂ ਚੜ੍ਹਦਾ। ਜੇ ਮੈਂ ਨਿਗਰਾਨੀ ਰੱਖ ਲਈ ਜਾਂ ਉੱਤੇ ਪਹਿਰਾ ਦੇਤਾ ਤਾਂ ਮੈਂ ਸਰਕਾਰ ਤਾਂ ਨਹੀਂ ਬਣ ਗਿਆ। ਲੋਕਾਂ ਨੇ ਤਾਂ ਵੋਟਾਂ ਪਾ ਕੇ ਸਰਕਾਰ ਝਾੜੂ ਦੀ ਬਣਾਈ ਹੈ, ਪਰ ਮੇਰਾ ਉਸ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਇੱਕ ਭਾਵਨਾ ਜੁੜੀ ਹੋਈ ਹੈ ਵੀ ਮੈਂ ਉਸ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਚੱਲਦਾ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਵੀ ਜੋ ਸਾਡੇ ਮੂੰਹੋਂ ਗੱਲ ਨਿਕਲੀ ਹੋਈ ਹੈ ਉਹ ਪੂਰੀ ਹੋਵੇ। ਅੱਜ ਹੋ ਜੇ, ਕੱਲ ਹੋ ਜੇ, ਪਰਸੋਂ ਹੋ ਜੇ, ਪਰ ਉਹ ਪੂਰੀ ਹੋਵੇ। ਇਹਦੇ 'ਚ ਕੀ ਮਾੜਾ ਹੈ? ਚਲੋ ਸਾਹਿਬ, ਜੇ ਗੱਲ ਕਰੀਏ 1 ਸਾਲ ਤੋਂ ਆਪ ਸਰਕਾਰ ਬਣੀ ਆ, ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ,
ਉਸ ਟਾਈਮ ਦੇ ਵਿੱਚ ਇਹ ਕਿਉਂ ਇੰਨਾ ਡਿਲੇ ਚਲੇਗਾ? ਸਿਸਟਮ ਚੱਲਦੇ ਨੂੰ ਕਾਫੀ ਟਾਈਮ, ਕਾਫੀ ਵਾਰੀ ਤਰੀਕਾ ਵੀ ਮਿੱਥੀਆਂ ਗਈਆਂ ਵੀ ਇੰਨੀ ਤਰੀਕ ਨੂੰ ਚਾਲੂ ਹੋਣਾ, ਇੰਨੀ ਤਰੀਕ ਨੂੰ ਚਾਲੂ ਹੋਣਾ, ਪਰ ਨਹੀਂ ਹੋ ਸਕਿਆ। ਕੀ ਕਾਰਨ ਹੋ ਸਕੇ? ਕੀ ਇਹਦਾ ਵੱਡਾ ਕਾਰਨ ਹੈ ਜਿਹੜਾ ਲੋਕ ਖਮਿਆਜਾ ਭੁਗਤ ਰਹੇ ਨੇ? ਦੇਖੋ, ਇਸ ਵਿਸ਼ੇ ਤੇ ਮੈਂ ਪਹਿਲਾਂ ਵੀ ਆਪਾਂ ਚਰਚਾ ਕੀਤੀ ਹੋਈ ਹੈ, ਮੈਂ ਫੇਰ ਦੁਬਾਰਾ ਕਹਿ ਦਿੰਦਾ। ਪਹਿਲਾਂ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ 60-70% ਬਣ ਗਿਆ ਸੀ। ਅਕਾਲੀ ਸਰਕਾਰ ਵੇਲੇ ਉੱਥੇ ਬਾਈਪਾਸ ਬਣ ਗਿਆ, ਅਕਵਾਇਰ ਹੋ ਗਈ ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਫਿਰ ਸਰਕਾਰ ਆਈ ਕਾਂਗਰਸ ਦੀ ਦੁਆਰਾ, ਉੱਥੇ ਫਿਰ ਅਸੀਂ ਨਵੀਂ ਜ਼ਮੀਨ ਲਿੱਤੀ। ਨਵੀਂ ਜ਼ਮੀਨ ਆਉਣ ਤੋਂ ਬਾਅਦ ਨਵਾਂ ਬਜਟ ਬਣਿਆ, ਬਜਟ ਐਲੋਕੇਸ਼ਨ ਹੋਈ, ਟੈਂਡਰ ਹੋਇਆ, ਵਰਕ ਆਰਡਰ ਕੱਟਿਆ ਗਿਆ। ਇਸ ਚੀਜ਼ ਨੂੰ ਪ੍ਰੋਸੈਸ ਨੂੰ ਟਾਈਮ ਲੱਗ ਜਾਂਦਾ, ਪਰ ਫਿਰ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਸਮਾਂ ਲੋੜ ਤੋਂ ਵੱਧ ਲੱਗ ਗਿਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਉਦੋਂ ਕਾਂਗਰਸ ਪਾਰਟੀ ਦੀ ਜੋ ਲੀਡਰਸ਼ਿਪ ਸੀਗੀ, ਉਸ ਲੀਡਰਸ਼ਿਪ ਵਿੱਚ ਆਪਸੀ ਤਾਲਮੇਲ ਨਹੀਂ ਸੀ। ਜੇ ਆਪਸੀ ਤਾਲਮੇਲ ਹੁੰਦਾ, ਜੇ ਐਮਐਲਏ ਨੂੰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਗਿਆ ਹੁੰਦਾ, ਜਾਂ ਮੰਤਰੀ ਸਾਹਿਬ ਟਾਈਮ ਕੱਢ ਕੇ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ, ਪੁੱਛਿਆ ਜਾਂਦਾ ਐਮਐਲਏ ਨੂੰ ਕੀ ਸਮੱਸਿਆ ਹੈ, ਜਾਂ ਐਮਐਲਏ ਨੂੰ ਪਾਵਰ ਨਹੀਂ ਦਿੱਤੀ ਹੁੰਦੀ ਵੀ ਆਪਣਾ ਇਹ ਜੋ ਡਿਸੀਜਨ ਨੇ ਜੋ ਲੰਕ ਰਹੇ ਨੇ ਉਹਨਾਂ ਨੂੰ ਸਿਰੇ ਚੜ੍ਹਨ ਦੀ ਪਾਵਰ ਦਿੱਤੀ ਹੁੰਦੀ, ਫਿਰ ਇਹ ਕੰਮ ਛੇਤੀ ਹੋ ਜਾਂਦਾ। ਪਰ ਮੈਂ ਇਹ ਗੱਲ ਮੰਨਦਾ ਜ਼ਰੂਰ ਹੈ ਵੀ ਇਹ ਸਮਾਂ ਜੋ ਹੈ ਉਹ ਜ਼ਿਆਦਾ ਲੱਗ ਗਿਆ, ਲੋੜ ਤੋਂ ਜ਼ਿਆਦਾ ਲੱਗ ਗਿਆ। ਔਰ ਇਹ ਕੁਝ ਜੋ ਕਮੀਆਂ ਸੀ, ਉਹ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਇਸ ਸਰਕਾਰ 'ਚ ਹੈ, ਜਾਂ ਉਹ ਪਿਛਲੀ ਕਾਂਗਰਸ ਸਰਕਾਰ 'ਚ ਵੀ ਸੀਗੀਆਂ, ਉਦੋਂ ਪਹਿਲਾਂ ਅਕਾਲੀ ਸਰਕਾਰ 'ਚ ਵੀ ਸੀਗੀਆਂ, ਕਿਉਂਕਿ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਨੇ 3 ਸਰਕਾਰਾਂ ਹਟਾਤੀਆਂ, 3-4 ਸਰਕਾਰਾਂ 'ਚ ਲੰਘਿਆ ਇਹ। ਇਕੱਲੀ ਇੱਕ ਬੰਦੇ ਦੀ ਜ਼ਿੰਮੇਵਾਰੀ ਫਿਕਸ ਕਰਨ ਨਾਲ ਨਹੀਂ ਗੱਲ ਬਣਨੀ ਵੀ ਇੱਕ ਬੰਦੇ ਕਰਕੇ ਇਹ ਲੇਟ ਹੋਇਆ। 3-4 ਪਾਰਟੀਆਂ, 3-4 ਸਰਕਾਰਾਂ ਜੋ ਸੀ ਵੱਖ-ਵੱਖ ਪਾਰਟੀਆਂ ਦੀਆਂ, ਉਹ 3-4 ਪਾਰਟੀਆਂ ਦੀ ਸਰਕਾਰਾਂ 'ਚ ਇਹ ਕੰਮ ਨਹੀਂ ਚੜ ਸਕਿਆ ਸਿਰੇ। ਇਟ ਮੀਨਸ ਇਹ ਕਲੈਕਟਿਵ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਸਭ ਦੀ ਬਣਦੀ ਹੈ ਵੀ ਜਿਨ੍ਹਾਂ ਕਰਕੇ ਨਹੀਂ ਚੱਲਿਆ ਹੈ। ਗੱਲ ਕਰੀਏ ਆਪਾਂ ਅੱਜ ਦੀ, ਵੀ ਅੱਜ ਕੌਣ ਮਗਰ ਲੱਗਿਆ ਹੋਇਆ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ? ਦੇਖੋ, ਜਾ ਕੇ ਉੱਥੇ ਡਰਾਮਾ ਕਰਨਾ ਤਾਂ ਬਹੁਤ ਸੌਖਾ ਕੰਮ ਹੈ। ਅੱਜ ਉਹ ਫੁੱਲ ਲੈ ਕੇ ਗਏ ਨੇ, ਕੱਲ ਨੂੰ ਕਾਂਗਰਸ ਵਾਲੇ ਢੋਲ ਲੈ ਕੇ ਚਲੇ ਜਾਣਗੇ, ਪਰਸੋਂ ਝਾੜੂ ਵਾਲੇ ਪੂਰਾ ਬੈਂਡ ਲੈ ਕੇ ਚਲੇ ਜਾਣਗੇ। ਵਿਆਹ ਥੋੜ੍ਹਾ ਨਾ ਕਰਨਾ ਉੱਥੇ। ਤੁਸੀਂ ਗੱਲ ਕਰੋ ਡਿਵੈਲਪਮੈਂਟ ਦੀ, ਵੀ ਕਿਹਨੇ ਧਿਆਨ ਦਿੱਤਾ ਹੈ? ਨਿੰਦ ਕੇ ਡਿਵੈਲਪਮੈਂਟ ਥੋੜ੍ਹਾ ਨਾ ਹੋਣੀ ਹੈ, ਮਗਰ ਲੱਗ ਕੇ ਹੋਣੀ ਹੈ। ਕੌਣ ਲੱਗਿਆ ਮਗਰ ਉਹਦੇ? ਜੇ ਤੁਹਾਨੂੰ ਇੰਨਾ ਹੀ ਸਾਰਿਆਂ ਨੂੰ ਇਸ ਗੱਲ ਤੋਂ ਜੈਲਸੀ ਹੈ, ਜਾਂ ਇੰਨੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਪ੍ਰੋਬਲਮ ਹੈ, ਮੈਨੂੰ ਆ ਕੇ ਕਹਿ ਦਿਓ ਯਾਰ ਮੈਂ ਨਹੀਂ ਜਾਂਦਾ ਉੱਥੇ, ਤੁਸੀਂ ਜਾਣਾ ਸ਼ੁਰੂ ਕਰ ਦਿਓ। ਮੈਨੂੰ ਤਾਂ ਇੱਕੋ ਟਾਰਗੇਟ ਹੈ, ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲਣਾ ਚਾਹੀਦਾ ਹੈ। ਠੀਕ ਹੈ ਜੀ। ਠੀਕ ਹੈ, ਠੀਕ।